ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਭਾਈ ਰਾਮਾ, ਭਾਈ ਹੇਮੂ ਅਤੇ ਭਾਈ ਜੱਟੂ ਭੰਡਾਰੀ ਦਰਸ਼ਨਾਂ ਵਾਸਤੇ ਆਏ। ਇਹ ਤਿੰਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਣੀ ਆਏ ਅਤੇ ਚਰਨ ਕਮਲਾਂ 'ਤੇ ਸਿਰ ਨਿਵਾਏ। ਉਹਨਾਂ ਨੇ ਸਵਾਲ ਕੀਤਾ, ਅਸੀਂ ਹਮੇਸ਼ਾ ਹੀ ਕੀਰਤਨ, ਕਥਾ ਅਤੇ ਸੁੰਦਰ ਉਪਦੇਸ਼ ਸੁਣਦੇ ਹਾਂ, ਪਰ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਠਹਿਰਾਇਆ ਵੀ ਠਹਿਰਦੇ ਨਹੀਂ। ਅਸੀਂ ਕਿਵੇਂ ਅੰਤ ਨੂੰ ਕਲਿਆਣ ਪਾਵਾਂਗੇ? ਸ਼੍ਰੀ ਗੁਰੂ ਜੀ ਨੇ ਬਚਨ ਕੀਤੇ, ਪਹਿਲਾਂ ਪ੍ਰੇਮ ਨਾਲ ਕੰਨ ਧਰ ਕੇ ਸੁਣੋ, ਦਿਲ ਲਾ ਕੇ ਮੰਨੇ, ਫਿਰ ਹੋਰ ਬਿਰਤੀਆਂ ਤਿਆਗ ਕੇ ਉਸ ਦਾ ਰੂਪ ਹੋ ਜਾਓ। ਜਦ ਤਿੰਨੇ ਇਕੱਤਰ ਹੋਈਆਂ ਵੇਖੇ, ਤਦ ਇਹ ਸਿੱਖ ਦੇ ਹਿਰਦੇ ਵਿੱਚ ਠਹਿਰਦੀ ਹੈ। ਫਿਰ ਉਹ ਵਿਚਾਰਦਾ ਰਹਿੰਦਾ ਹੈ ਕਿ ਵਿਸਰ ਨਾ ਜਾਵੇ। ਸ਼ਰਵਣ ਕਰਨਾ ਦੋ ਪ੍ਰਕਾਰ ਦਾ ਹੈ। ਸਤਸੰਗ ਵਿੱਚ ਸਥਿਤ ਹੋ ਕੇ ਸੁਣੋ। ਮਨ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਫਿਰਦਾ ਹੈ, ਕੀ ਕਰੇ? ਹਿਰਦਾ ਕੁਝ ਧਾਰਨ ਹੀ ਨਹੀਂ ਕਰਦਾ ਹੈ। ਤਨਕ ਪੁੰਨ ਇਸ ਪ੍ਰਕਾਰ ਦੇ ਸ਼ਰਵਣ ਨੂੰ ਕਹਿੰਦੇ ਹਨ। ਭੂਤਾਂ ਦੀ ਅਗਨੀ ਸਮਾਨ ਇਸ ਦਾ ਫਲ ਜਾਣੋ। ਇਸ ਨਾਲ ਪਾਪ ਨਾਸ਼ ਨਹੀਂ ਹੁੰਦੇ ਹਨ। ਜਿਹੜਾ ਸਿੱਖ ਇੱਕ ਮਨ ਹੋ ਕੇ ਸੁਣਦਾ ਹੈ, ਉਸ ਨੂੰ ਚੁੱਲ੍ਹੇ ਦੀ ਅਗਨੀ ਸਮਾਨ ਜਾਣੋ, ਜਿਹੜੀ ਅਗਨੀ ਘਰ ਦੇ ਸਾਰੇ ਕਾਰਜਾਂ ਨੂੰ ਸਵਾਰ ਦਿੰਦੀ ਹੈ। ਜੇ ਉਸ ਉੱਤੇ ਜਲ ਵੀ ਪਾ ਦਿਓ, ਤੁਰੰਤ ਬੁੱਝ ਜਾਂਦੀ ਹੈ ਅਤੇ ਤਪਦੀ ਨਹੀਂ ਰਹਿੰਦੀ ਹੈ। ਇਸ ਤਰ੍ਹਾਂ ਜਦੋਂ ਘਰ ਦੇ ਕੰਮ ਪੈ ਜਾਣ ਤਾਂ ਸਤਨਾਮ ਨੂੰ ਵਿਸਾਰ ਦਿੰਦੇ ਹਨ। ਸ਼ਰਵਣ ਕਰਨ ਤੋਂ ਬਾਅਦ ਜੇ ਮੰਨਣ ਹੁੰਦਾ ਹੈ, ਉਹ ਬਿਜਲੀ ਦੀ ਅਗਨੀ ਸਮਾਨ ਹੈ। ਉਸ ਦਾ ਅਸੰਖ ਜਲ ਵਿੱਚ ਵਾਸਾ ਹੁੰਦਾ ਹੈ। ਉਸ ਦਾ ਨਾ ਤੇਜਹਾਨ ਹੁੰਦਾ ਹੈ ਅਤੇ ਨਾ ਉਹ ਬੁਝਦੀ ਹੈ। ਜਿਹੜਾ ਕੰਨ ਲਾ ਕੇ ਧਾਰਨ ਕਰੇ ਅਤੇ ਵਿਚਾਰੇ, ਉਹ ਫਿਰ ਕੰਮ ਕਰਦਾ ਵੀ ਨਹੀਂ ਵਿਸਾਰਦਾ ਹੈ। ਉਹ ਹਰ ਸਮੇਂ ਸਿਮਰਨ ਕਰਦਾ ਹੈ ਅਤੇ ਹੋਰ ਬਿਰਤੀਆਂ ਤਿਆਗ ਕੇ ਉਸ ਦਾ ਹੀ ਰੂਪ ਹੋ ਜਾਂਦਾ ਹੈ। ਫਿਰ ਸੁਣ ਕੇ ਅਤੇ ਵਿਚਾਰ ਕੇ ਕਮਾਈ ਕਰਨ ਲੱਗ ਜਾਂਦਾ ਹੈ ਅਤੇ ਤਨ ਤੇ ਮਨ ਬਹੁਤ ਪਵਿੱਤਰ ਹੋ ਜਾਂਦਾ ਹੈ। ਸੋ ਸਮੁੰਦਰ ਦੀ ਅਗਨੀ ਦਾ ਪ੍ਰਕਾਸ਼ ਹੋਇਆ। ਸਮੁੰਦਰ ਵਿੱਚ ਜਲ ਰਹਿੰਦਾ ਹੈ, ਜਿਸ ਨੂੰ ਵਿਨਾਸ਼ ਕਰਦੀ ਹੈ। ਜਲ ਦੇ ਸਮੂਹ ਤੋਂ ਉਹ ਬੁਝਦੀ ਨਹੀਂ। ਜਲ ਰੂਪੀ ਪਾਪੀਆਂ ਨੂੰ ਨਿਤ ਨਾਸ਼ ਕਰਦੀ ਹੈ। ਭਾਵ ਗਿਆਨ ਸਦਾ ਲਈ ਸਥਿਰ ਹੋ ਜਾਂਦਾ ਹੈ। ਸ਼੍ਰੀ ਸਤਿਗੁਰੂ ਜੀ ਤੋਂ ਕੰਨ ਨਾਲ ਸੁਣ ਕੇ ਜਿਸ ਨੇ ਹਿਰਦਾ ਸਾਖਿਆਤਕਾਰ ਕੀਤਾ ਹੈ, ਉਹ ਆਕਾਸ਼ ਵਾਂਗ ਸਭ ਵਿੱਚ ਬ੍ਰਹਮ ਨੂੰ ਪਹਿਚਾਣਦਾ ਹੈ। ਇਸ ਕਰਕੇ ਪਹਿਲਾਂ ਤੁਸੀਂ ਸ਼ਰਵਣ ਕਰੋ ਅਤੇ ਫਿਰ ਮੰਨਣ ਤੋਂ ਬਾਅਦ ਨਿਧਿਆਸਣ ਧਾਰਨ ਕਰੋ। ਜਦ ਹਿਰਦਾ ਸਾਖਿਆਤਕਾਰ ਹੋ ਜਾਵੇ ਤਾਂ ਜਨਮ ਮਰਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਜੀਵਨ ਮੁਕਤ ਹੋ ਕੇ ਵਿਚਰਦੇ ਹੋ। ਜਿਵੇਂ ਪਰਲੇ ਕਾਲ ਦੀ ਅਗਨੀ ਹੈ, ਉਹ ਸਾਰਿਆਂ ਨੂੰ ਭਸਮ ਕਰਕੇ ਆਪ ਰਹਿੰਦੀ ਹੈ। ਇਸ ਤਰ੍ਹਾਂ ਬ੍ਰਹਮ ਰੂਪ ਵਿੱਚ ਏਕਤਾ ਪਾਉਂਦੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਤਾਇਆ ਸੰਹਾਰੀ ਮੱਲ, ਜਿਸ ਦੇ ਘਰ ਸ਼੍ਰੀ ਗੁਰੂ ਅਰਜਨ ਦੇਵ ਜੀ ਗਏ ਸਨ, ਜਦ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਲਾਹੌਰ ਭੇਜਿਆ ਸੀ, ਉਹ ਗੁਰੂ ਰਾਮਦਾਸ ਜੀ ਦੇ ਭਤੀਜੇ ਦੀ ਜੰਝ ਵਿੱਚ ਸ਼ਾਮਲ ਹੋਏ ਸਨ। ਉਹ ਬਹੁਤ ਬਿਰਧ ਹੋ ਕੇ ਆਏ। ਜਗਤ ਦਾ ਦੁੱਖ ਵੇਖ ਕੇ ਉਹ ਮੁਕਤੀ ਪਾਉਣਾ ਚਾਹੁੰਦੇ ਸਨ। ਉਹ ਗੁਰੂ ਜੀ ਨੂੰ ਮਿਲ ਕੇ ਅੰਮ੍ਰਿਤਸਰ ਰਹੇ ਅਤੇ ਉਹਨਾਂ ਨੇ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀ। ਗੁਰੂ ਜੀ ਨੇ ਵੱਡਾ ਜਾਣ ਕੇ ਉਹਨਾਂ ਨੂੰ ਸੇਵਾ ਕਰਨ ਤੋਂ ਰੋਕ ਦਿੱਤਾ, ਪਰ ਉਹ ਸਿੱਖਾਂ ਦੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਸਨ। ਚਰਨ ਧੋਂਦੇ ਸਨ ਤੇ ਪੱਖਾ ਫੇਰਦੇ ਸਨ ਅਤੇ ਜੂਠੇ ਭਾਂਡੇ ਮਾਂਜਦੇ ਸਨ। ਭਗਤੀ ਹਿਰਦੇ ਵਾਲੇ ਸ਼੍ਰੀ ਕ੍ਰਿਸ਼ਨ ਜੀ ਦੇ ਚਾਚੇ ਅਕਰੂਰ, ਜਿਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਜੀ ਵਿੱਚ ਆਪਣਾ ਨਿਸ਼ਚਾ ਪੱਕਾ ਕੀਤਾ ਸੀ, ਉਸ ਤਰ੍ਹਾਂ ਹੀ ਭਾਈ ਸੰਹਾਰੀ ਮੱਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਮਨ ਵਿੱਚ ਮੰਨਦੇ ਸਨ ਅਤੇ ਪਿਛਲੇ ਜਨਮ ਦੇ ਗਿਆਨ ਨੂੰ ਪਛਾਣਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦ ਉਹਨਾਂ ਨੂੰ ਇਸ ਤਰ੍ਹਾਂ ਦਾ ਵੇਖਿਆ ਤਾਂ ਉਹਨਾਂ ਦੇ ਮਨ ਵਿੱਚ ਦਇਆ ਆ ਗਈ ਅਤੇ ਕਹਿਣ ਲੱਗੇ, ਤੁਸੀਂ ਸਾਡੇ ਤੋਂ ਵੱਡੇ ਹੋ ਅਤੇ ਤਾਇਆ ਜੀ ਲੱਗਦੇ ਹੋ। ਸਾਨੂੰ ਚਾਹੀਦਾ ਹੈ ਕਿ ਤੁਹਾਡੀ ਸੇਵਾ ਕਰੀਏ।
ਇਹ ਸੁਣ ਕੇ ਭਾਈ ਸੰਹਾਰੀ ਮੱਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਤੁਸੀਂ ਮੱਛ, ਕੱਛ ਅਤੇ 52 ਅਵਤਾਰ ਬਣ ਕੇ ਸਰੀਰ ਧਾਰਨ ਕੀਤਾ ਹੈ। ਸ਼੍ਰੀ ਨਰ ਸਿੰਘ ਅਤੇ ਰਾਮ ਅਵਤਾਰ ਹੋਏ ਹੋ। ਫਿਰ ਕ੍ਰਿਸ਼ਨ ਰੂਪ ਤੁਸੀਂ ਧਾਰਨ ਕੀਤਾ। ਜਦ ਤੁਸੀਂ ਕ੍ਰਿਸ਼ਨ ਰੂਪ ਸੀ ਤਾਂ ਇੱਕ ਦਿਨ ਅਰਜਨ ਨੇ ਤੁਹਾਨੂੰ ਬੇਨਤੀ ਸੁਣਾਈ, ਮੇਰਾ ਤੁਹਾਡਾ ਨਾਂ ਇੱਕ ਹੋ ਜਾਵੇ। ਹੇ ਪ੍ਰਭੂ, ਕਦੀ ਇਸ ਤਰ੍ਹਾਂ ਵੀ ਹੋ ਜਾਵੇ ਮੇਰਾ ਨਾਂ ਲੈ ਕੇ ਤੁਹਾਨੂੰ ਬੁਲਾਉਣ। ਮਨ ਵੀ ਮਿਲਿਆ ਹੈ, ਤਨ ਵੀ ਮਿਲਿਆ ਰਹੇ। ਸਾਰਾ ਜਗ ਨਾਮ ਕ੍ਰਿਸ਼ਨ ਤੇ ਅਰਜਨ ਵੱਖਰਾ ਵੱਖਰਾ ਕਹਿਣ, ਇਹ ਮੇਰੇ ਚਿੱਤ ਵਿੱਚ ਮਹਾਨ ਚਾਹਤ ਹੈ। ਤੁਹਾਨੂੰ ਵੀ ਸਾਰੇ ਲੋਕ ਅਰਜਨ ਨਾਮ ਨਾਲ ਕਹਿਣ। ਆਪ ਜੀ ਨੇ ਇਹ ਸੁਣ ਕੇ ਪ੍ਰਸੰਨ ਹੋ ਕੇ ਕਿਹਾ, ਮੈਥੋਂ ਤੂੰ ਵੱਖਰਾ ਨਹੀਂ ਹੈ, ਤੇਰਾ ਸੰਕਲਪ ਸੱਚਾ ਹੋਵੇਗਾ। ਮੇਰੀ ਭਾਵਨਾ ਵਿੱਚ ਇਹ ਸਦਾ ਰਚਿਆ ਰਿਹਾ ਹੈ। ਕਲਯੁਗ ਵਿੱਚ ਜਦ ਅਸੀਂ ਤਨ ਧਾਰਨ ਕਰਾਂਗੇ ਤਾਂ ਸਾਡਾ ਨਾਂ ਅਰਜਨ ਹੋਵੇਗਾ। ਇਸ ਕਰਕੇ ਤੁਸੀਂ ਵੱਡਿਆਂ ਤੋਂ ਵੀ ਵੱਡੇ ਪੁਰਖ ਹੋ। ਸਦਾ ਹਿੱਤ ਧਾਰ ਕੇ ਕਈ ਪ੍ਰਕਾਰ ਦੇ ਚਲਿੱਤਰ ਕਰਦੇ ਰਹਿੰਦੇ ਹੋ। ਆਪਣੀ ਮਾਇਆ ਕਰਕੇ ਠੱਗਦੇ ਨਹੀਂ ਹੋ। ਮਨ ਵਿੱਚ ਆਪਣੀ ਸ਼ਰਧਾ ਦਿੰਦੇ ਹੋ। ਮੈਨੂੰ ਗੁਰਸਿੱਖੀ ਦਾ ਦਾਨ ਦਿਓ, ਜਿਸ ਦੀ ਮਹਿਮਾ ਬਰਾਬਰ ਹੋਰ ਕੋਈ ਨਹੀਂ। ਇਹ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਗਏ। ਜਦ ਉਹਨਾਂ ਨੇ ਆਪਣੇ ਤਾਇਆ ਜੀ ਦਾ ਮਨ ਸਨਿਮਰ ਵੇਖਿਆ ਤਾਂ ਵਰ ਦਿੱਤਾ, ਤੁਸੀਂ ਸਿੱਖੀ ਪਾਓ ਤੇ ਬ੍ਰਹਮ ਗਿਆਨ ਪ੍ਰਾਪਤ ਕਰਕੇ ਸਾਰੇ ਕਸ਼ਟ ਮਿਟਾਓ। ਭਾਈ ਸੰਹਾਰੀ ਮੱਲ ਇਹ ਸੁਣ ਕੇ ਨਿਹਾਲ ਹੋ ਗਏ ਤੇ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਸਾਨ ਗਤੀ ਪਾ ਲਈ। ਭਾਈ ਸਾਈਂ ਦਿੱਤਾ ਅਤੇ ਭਾਈ ਸੈਦੋਂ ਲਾਹੌਰ ਵਿੱਚ ਰਹਿੰਦੇ ਸਨ। ਲਾਹੌਰ ਦੇ ਜਿਹੜੇ ਹੋਰ ਸਿੱਖ ਸਨ, ਉਹਨਾਂ ਨੇ ਪਹਿਲਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਧਾਰਨ ਕੀਤੀ ਸੀ। ਉਹਨਾਂ ਨੂੰ ਸਭ ਤਰ੍ਹਾਂ ਨਾਲ ਪ੍ਰਸੰਨ ਕੀਤਾ। ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੀ ਪ੍ਰੀਤ ਵੇਖ ਕੇ ਬੋਲੇ, ਅਸੀਂ ਤੁਹਾਡੇ 'ਤੇ ਬਹੁਤ ਪ੍ਰਸੰਨ ਹੋਏ ਹਾਂ। ਤੁਸੀਂ ਵਰ ਮੰਗੋ ਅਤੇ ਆਪਣੇ ਹਿਰਦੇ ਦੇ ਮਨੋਰਥ ਪੂਰੇ ਕਰੋ। ਸਾਰਿਆਂ ਸਿੱਖਾਂ ਨੇ ਮਿਲ ਕੇ ਭਲੀ ਪ੍ਰਕਾਰ ਵਿਚਾਰ ਕੀਤੀ ਅਤੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ, ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਦੀ ਨਗਰੀ ਵਿੱਚ ਆਏ ਸਨ। ਜਦ ਉਹਨਾਂ ਨੇ ਬੁੱਚੜਖਾਨਾ ਵੇਖਿਆ ਤਾਂ ਗੁੱਸੇ ਵਿੱਚ ਆ ਗਏ। ਉਹਨਾਂ ਨੇ ਵੇਖਿਆ ਕਿ ਇੱਥੇ ਘੋਰ ਪਾਪ ਹੋ ਰਹੇ ਸਨ ਤਾਂ ਉਹਨਾਂ ਨੇ ਸਰਾਪ ਦੇ ਕੇ ਇਸ ਤਰ੍ਹਾਂ ਕਿਹਾ, ਮਹੱਲਾ ਪਹਿਲਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਲਾਹੌਰ ਸ਼ਹਿਰ ਵਿੱਚ 3.25 ਘੰਟੇ ਲਈ ਕ੍ਰੋਧ ਅਤੇ ਜ਼ੁਲਮ ਰਹੇਗਾ। ਉਸ ਸਮੇਂ ਤੋਂ ਨਗਰ ਵਿੱਚ ਮਨੁੱਖ ਦੁੱਖ ਪਾਉਂਦੇ ਹਨ। ਸਵਾ ਪਹਿਰ ਤੱਕ ਇਹ ਮਾਹੌਲ ਰਹਿੰਦਾ ਹੈ। ਬਾਅਦ ਵਿੱਚ ਠੀਕ ਹੋ ਜਾਂਦਾ ਹੈ। ਹੰਕਾਰੀ ਆਪਸ ਵਿੱਚ ਲੜਦੇ ਅਤੇ ਝਗੜਦੇ ਹਨ। ਕਈਆਂ ਦੇ ਪ੍ਰਾਣ ਜਾਂਦੇ ਰਹਿੰਦੇ ਹਨ। ਮਹਾਨ ਦੁੱਖ ਪਾ ਕੇ ਲੋਕ ਰਹਿੰਦੇ ਹਨ। ਜ਼ਹਿਰ ਸਮਾਨ ਆਪ ਨੇ ਸ਼ਬਦ ਕਹੇ ਹਨ। ਹੁਣ ਉਹ ਸਰਾਪ ਮਿਟਾ ਦਿਓ। ਇਸ ਸਮੇਂ ਦੀ ਸੰਗਤ ਦੀ ਬੇਨਤੀ ਨੂੰ ਪਹਿਚਾਣੋ। ਸ਼੍ਰੀ ਗੁਰੂ ਅਮਰਦਾਸ ਜੀ ਨੇ ਇਹ ਸੁਣ ਕੇ ਬਚਨ ਕੀਤੇ, ਤੁਸੀਂ ਕਠਨ ਸਾਧਨਯੋਗ ਵਰ ਦੀ ਅਭਿਲਾਸ਼ਾ ਕੀਤੀ ਹੈ। ਤੁਹਾਨੂੰ ਵਰ ਦੇਣ ਬਾਰੇ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ। ਫਿਰ ਕੁਝ ਸਮੇਂ ਬਾਅਦ ਕਿਰਪਾਲੂ ਗੁਰੂ ਜੀ ਬੋਲੇ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਲਾਹੌਰ ਦਾ ਸ਼ਹਿਰ ਅੰਮ੍ਰਿਤ ਦਾ ਸਰੋਵਰ ਅਤੇ ਸਿਫਤੀ ਦਾ ਘਰ ਹੈ। ਇਹ ਸ਼ਲੋਕ ਕਹਿ ਕੇ ਸਰਾਪ ਮਿਟਾ ਦਿੱਤਾ। ਉਸ ਸਮੇਂ ਤੋਂ ਸਭ ਲੋਕਾਂ ਨੇ ਸੁੱਖ ਪਾਇਆ ਹੈ। ਫਿਰ ਭਾਈ ਸੈਦੋਂ ਅਤੇ ਭਾਈ ਸਾਈਂ ਦਿੱਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੇ। ਇਹ ਪ੍ਰਸੰਗ ਕਹਿ ਕੇ ਸਾਰਾ ਸੁਣਾਇਆ। ਲਾਹੌਰ ਦੇ ਲੋਕਾਂ ਨੇ ਵਰ ਪ੍ਰਾਪਤ ਕੀਤਾ। ਅਸੀਂ ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਮੁਕਤੀਦਾਇਕ ਉਪਦੇਸ਼ ਦਿਓ। ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਿਹਾ, ਸਦਾ ਗੁਰੂ ਜੀ ਦੇ ਸ਼ਬਦ 'ਤੇ ਵਿਚਾਰ ਕਰੋ। ਵਾਹਿਗੁਰੂ ਕਰ ਗਿਆਨ ਪਛਾਣੋ। ਨਿਰਗੁਣ ਸਰਗੁਣ ਇੱਕ ਕਰ ਜਾਣੋ। ਤੁਹਾਡੀ ਜ਼ੁਬਾਨ ਤੋਂ ਵੀ ਜੋ ਸੁਣੇਗਾ ਉਸ ਦਾ ਮਨ ਵੀ ਕੋਮਲ ਹੋ ਕੇ ਗੁਣਵਾਨ ਹੋ ਜਾਏਗਾ। ਉਹ ਫਿਰ ਜਨਮ ਮਰਨ ਵਿੱਚ ਨਹੀਂ ਆਉਣਗੇ। ਭਗਤੀ ਕਰੋ ਤਾਂ ਕਿ ਬ੍ਰਹਮ ਗਿਆਨ ਨੂੰ ਪਾਓ। ਇਹ ਸੁਣ ਕੇ ਦੋਵਾਂ ਨੇ ਚਰਨ ਕਮਲਾਂ 'ਤੇ ਬੰਦਨਾ ਕੀਤੀ ਅਤੇ ਉਸ ਘੜੀ ਜਨਮ ਸਫਲ ਜਾਣਿਆ। ਇਸੇ ਤਰ੍ਹਾਂ ਗੁਰੂ ਜੀ ਦੇ ਪਾਸ ਭਾਈ ਨਾਨੂ ਅਤੇ ਭਾਈ ਕਾਲੂ ਆਏ, ਜਿਹੜੇ ਕੋਹਲੀ ਅਤੇ ਹਾੜੀ ਜਾਤ ਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਹੱਥ ਜੋੜ ਕੇ ਉਸ ਸਮੇਂ ਇਸ ਤਰ੍ਹਾਂ ਬੋਲੇ, ਤੁਹਾਡਾ ਇੱਕ ਸ਼ਬਦ ਪੜ੍ਹ ਸੁਣ ਕੇ ਭਲੇ ਕਰਮ ਕਰਕੇ
ਆਪਣਾ ਜਨਮ ਸੁਧਾਰਿਆ ਹੈ। ਇੱਕ ਐਸੇ ਹਨ ਜਿਹੜੇ ਪੜ੍ਹ ਕੇ ਹੰਕਾਰੀ ਹੋ ਜਾਂਦੇ ਹਨ ਅਤੇ ਪਰਾਈ ਇਸਤਰੀ ਨਾਲ ਵਿਸ਼ੇ ਭੋਗਦੇ ਹਨ, ਹੋਰ ਬੁਰੇ ਕੰਮਾਂ ਨੂੰ ਕਰਦੇ ਹਨ ਅਤੇ ਪੜ੍ਹ ਕੇ ਲੋਕਾਂ ਪਾਸੋਂ ਧਨ ਬਟੋਰਦੇ ਹਨ। ਉਹਨਾਂ ਦੀ ਹਾਲਤ ਕੈਸੀ ਹੁੰਦੀ ਹੈ। ਇਹ ਸੁਣ ਕੇ ਕਿਰਪਾ ਦੇ ਘਰ ਭਾਵ ਗੁਰੂ ਜੀ ਬੋਲੇ, ਜਿਹੜੇ ਕਲਿਆਣ ਵਾਸਤੇ ਪੜ੍ਹਦੇ ਸੁਣਦੇ ਹਨ ਅਤੇ ਸ਼ੁਭ ਕਰਮ ਕਰਕੇ ਗੁਜ਼ਾਰਾ ਕਰਦੇ ਹਨ, ਭਾਵ ਸਮਝ ਕੇ ਮਾੜੀ ਮੱਤ ਨੂੰ ਛੱਡ ਦਿੰਦੇ ਹਨ, ਸਤਿਨਾਮ ਦੇ ਸਿਮਰਨ ਨਾਲ ਪ੍ਰੇਮ ਕਰਦੇ ਹਨ, ਉਹਨਾਂ ਦਾ ਜਨਮ ਮਰਨ ਮਿਟ ਜਾਂਦਾ ਹੈ ਅਤੇ ਉਹ ਮਨੁੱਖ ਗੁਰੂ ਜੀ ਦੀ ਸੰਗਤ ਪਾਉਂਦੇ ਹਨ। ਜਿਹੜੇ ਲੋਭ ਧਾਰਨ ਕਰਕੇ ਧਨ ਲੈਣ ਵਾਸਤੇ ਪੜ੍ਹਦੇ ਹਨ, ਉਹ ਸੋਭਾ ਦੀ ਪ੍ਰਾਪਤੀ ਲਈ ਕੁਕਰਮ ਕਰਦੇ ਹਨ। ਜਿਵੇਂ ਹੰਕਾਰੀ ਮੱਤ ਵਾਲਾ ਪ੍ਰਕਾਸ਼ ਪਾ ਕੇ ਚੁਣ ਚੁਣ ਕੇ ਕੀੜੇ ਖਾਂਦਾ ਹੈ, ਉਸ ਤਰ੍ਹਾਂ ਉਹਨਾਂ ਮਨੁੱਖਾਂ ਦੀ ਕਿਰਤ ਪਛਾਣੋ, ਪੜ੍ਹ ਕੇ ਸੁਣਾਉਂਦੇ ਹਨ ਅਤੇ ਬਹੁਤ ਧਨ ਲੈਂਦੇ ਹਨ, ਪਰਾਈ ਇਸਤਰੀ ਨਾਲ ਭੋਗ ਕਰਕੇ ਕੁਕਰਮ ਕਰਦੇ ਹਨ, ਸ੍ਰੇਸ਼ਟ ਸਤਿਨਾਮ ਦਾ ਸਿਮਰਨ ਨਹੀਂ ਕਰਦੇ, ਉਹ ਨਰਕਾਂ ਵਿੱਚ ਜਾਂਦੇ ਹਨ ਅਤੇ ਗੁਰੂ ਜੀ ਉਹਨਾਂ ਦੀ ਸਹਾਇਤਾ ਨਹੀਂ ਕਰਦੇ ਅਤੇ ਸਹਾਇਤਾ ਤੋਂ ਬਗੈਰ ਬਹੁਤ ਦੁੱਖ ਪਾਉਂਦੇ ਹਨ। ਗੁਰੂ ਜੀ ਦੇ ਇਹ ਸ੍ਰੇਸ਼ਟ ਬਚਨ ਸੁਣ ਕੇ ਸਾਰੇ ਉਸ ਸਮੇਂ ਤੋਂ ਚੰਗੇ ਕਰਮ ਕਰਨ ਲੱਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।